नहीं ਜਿਹੜਾ ਮਸਲਾ ਇਹ ਸਿੱਟ ਦਾ ਹੈਗਾ, ਇਹ ਕੋਟਕਪੂਰਾ ਜਿਹੜਾ ਗੋਲੀकांड ਹੋਇਆ ਉਹਦੇ ਬਾਰੇ ਸੀ। हाँ वो तो फिर जे वो तो सामने आऊगा ही जी। वो तो जिदा पहला अज तक दसिया जाता रहा है कि सरसे वालियां दे जिहड़े प्रेमी सी उन्हां दा इहदे विच रोल हैगा है, वो तो पता लग जाना होगा। हाँ जी, वाहिगुरू जी का खालसा वाहिगुरू जी की फतेह। ਆਪਾਂ ਸਦਾ ਹੀ ਇਹ ਸੋਚਦੇ ਹਾਂ ਕਿ ਫਰੀडम ਆਫ ਬਿਲੀਵ ਹੈ ਤੇ ਫਰੀडम ਆਫ ਸਪੀਚ ਹੈ। ਹਰ ਬੰਦਾ ਚਾਹੇ ਉਹ ਕਿਸੇ ਪੱਥਰ ਨੂੰ ਮੰਨਦਾ ਆ, ਚਾਹੇ ਉਹ ਕਿਸੇ ਬੰਦੇ ਨੂੰ ਰੱਬ ਮੰਨਦਾ ਆ, ਤੇ ਚਾਹੇ ਉਹ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਆ, ਹਰ ਬੰਦੇ ਨੂੰ ਫਰੀडम ਆਫ ਬਿਲੀਵ ਇੱਥੇ ਹੈ ਔਰ ਰੱਖਣਾ ਚਾਹੀਦਾ। ਦੂਸਰਾ ਪੱਖ ਹੈ ਫਰੀडम ਆਫ ਸਪੀਚ। ਅਸੀਂ ਕਿਸੇ ਬਾਰੇ ਕਹਿ ਸਕਦੇ ਹਾਂ ਕਿ ਮੈਂ ਉਹਨੂੰ ਨਹੀਂ ਮੰਨਦਾ, ਪਰ ਉਹਦੀ ਬੇਅਦਬੀ ਕਰਨੀ, ਚਾਹੇ ਉਹ ਕੋਈ ਮੂਰਤੀ ਹੋਵੇ, ਚਾਹੇ ਉਹ ਕੋਈ ਗ੍ਰੰਥ ਹੋਵੇ, ਇਹਦਾ ਹੱਕ ਕਿਸੇ ਨੂੰ ਨਹੀਂ ਹੈ। ਸੋ ਕਈ ਸਾਲ ਪਹਿਲਾਂ ਆਪਾਂ ਸਾਰੇ ਹੀ ਜਾਣਦੇ ਹਾਂ ਕਿ 12-13 ਤਰੀਕ ਦਾ ਧਰਨਾ ਲੱਗਾ ਸੀ ਕੋਟਕਪੂਰਾ ਚੌਂਕ ਦੇ ਵਿੱਚ, ਤੇ 14 ਤਰੀਕ ਨੂੰ ਸਵੇਰੇ ਬਰਗਾੜੀ ਜਿਹੜਾ ਕੋਟਕਪੂਰਾ ਚੌਂਕ ਦੇ ਵਿੱਚ ਸਵੇਰੇ ਆਰਾਮ ਨਾਲ ਪਾਠ ਕਰਦੀਆਂ ਸੰਗਤਾਂ ਦੇ ਉੱਤੇ ਲਾਠੀਚਾਰਜ ਕੀਤਾ ਗਿਆ ਸੀ ਪ੍ਰਸ਼ਾਸਨ ਵੱਲੋਂ। ਉਹਦੇ ਸੰਬੰਧ ਵਿੱਚ ਸਿੱਟ ਨੇ ਮੈਨੂੰ ਅੱਜ ਬੁਲਾਇਆ ਸੀ। ਅਗਲਾ ਸਵਾਲ, ਕਿੱਦਾਂ ਦੀ ਗੱਲਬਾਤ ਹੋਈ ਤੁਹਾਡੀ? ਸਿੱਟ ਵੱਲੋਂ ਸਿੱਟ ਵੱਲੋਂ ਉਹੀ ਕੁਐਸਚਨ ਜਿਹੜੇ ਨੇ ਨਾ ਜੀ, ਇਹ ਹੁਣ ਤੋਂ ਲੈ ਕੇ ਪਹਿਲਾਂ ਵੀ 4 ਵਾਰ ਹੋ ਚੁੱਕਿਆ। 4 ਵਾਰ ਸਿੱਟ ਬਣੀ ਹੈ ਤੇ 4 ਵਾਰ ਉਹਨਾਂ ਨੇ ਜਿਹੜੇ ਆਪਣੇ ਤੇ ਸਵਾਲ ਕੀਤੇ ਨੇ, ਜੋ ਉੱਥੇ ਹੋਇਆ, ਜੋ ਉੱਥੇ ਵਾਪਰਿਆ, ਹੂਬਹੂ ਉਸੇ ਤਰ੍ਹਾਂ ਆਪਾਂ ਬਿਆਨ ਕਰਦੇ ਰਹੇ ਹਾਂ। ਕਿਉਂਕਿ ਸੱਚ ਇੱਕ ਹੀ ਹੁੰਦਾ ਹੈ, ਉਹ ਕੋਈ 2-4 ਤੇ ਹੋ ਨਹੀਂ ਸਕਦੇ। ਜਿਹੜੇ ਪਹਿਲਾਂ ਸਿੱਟ ਬਣਦੀ ਰਹੀ ਹੈ ਉਹਦੇ ਕੋਲ ਜੋ ਬਿਆਨ ਦਿੰਦੇ ਰਹੇ ਆ, 3 ਵਾਰ ਪਹਿਲਾਂ ਬਿਆਨ ਦਰਜ ਹੋਏ ਹੈ, ਅੱਜ ਚੌਥੀ ਵਾਰੀ ਉਹੀ ਬਿਆਨ ਮੈਂ ਦਰਜ ਕਰਵਾ ਕੇ ਆਇਆ। ਤੇ ਸਵਾਲ ਜਿਹੜਾ ਉਹੀ ਪਹਿਲਾਂ ਵਾਲੀ ਸੀ ਕਿ ਉਹ ਕੀ ਹੋਇਆ ਸੀ ਜੀ ਉਹਦੇ ਵਿੱਚ, ਤੇ ਉਹ ਸਪਸ਼ਟ ਸੀ ਕਿ ਆਰਾਮ ਨਾਲ ਪਾਠ ਕਰਦੀਆਂ ਸੰਗਤਾਂ ਦੇ ਉੱਤੇ ਪੁਲਿਸ ਵੱਲੋਂ ਲਾਠੀਚਾਰਜ ਹੋਇਆ ਸੀ, ਪਾਣੀ ਦੀਆਂ ਬੁਛਾੜਾਂ ਹੋਈਆਂ ਸੀ। ਉਹ ਸਵਾਲ ਪਹਿਲਾਂ ਸੀ, ਉਹ ਜਿਵੇਂ ਦੱਸ ਦਿੱਤਾ ਗਿਆ ਸੀ। ਉਹ ਜਦੋਂ ਵਾਰ-ਵਾਰ ਇੰਨੀਆਂ ਸਿੱਟਾਂ ਬਣ ਚੁੱਕੀਆਂ ਨੇ, ਤੁਹਾਨੂੰ ਕੋਈ ਲੱਗਦਾ ਕੋਈ ਇਨਸਾਫ ਦੀ ਕਿਰਨ ਕੋਈ ਨਜ਼ਰ ਆਵੇਗੀ? ਉਮੀਦ ਤਾਂ ਦੇਖੋ ਰੱਖਣੀ ਚਾਹੀਦੀ ਹੈ ਹਮੇਸ਼ਾ। ਹੁਣ ਜੇ ਅਸੀਂ ਭਗੌੜੇ ਹੋ ਜਾਾਂਗੇ ਵੀ ਅਸੀਂ ਇਹਨਾਂ ਸਾਹਮਣੇ ਨਹੀਂ ਜਾਣਾ, ਤਾਂ ਇਹਨਾਂ ਕੋਲ ਬਹਾਨਾ ਹੋ ਜਾਏਗਾ। ਸਿੱਟ ਜਿਹੜਾ ਵੀ ਸਰਕਾਰ ਕੋਲ ਬਹਾਨਾ ਹੋ ਜਾਏਗਾ ਵੀ ਹੁਣ ਇਹ ਨਹੀਂ, ਗਵਾਹ ਹੀ ਨਹੀਂ ਆਏ। ਜਿਹੜੇ ਉਸ ਵੇਲੇ ਮੌਕੇ 'ਤੇ ਗਵਾਹ ਸੀ ਉਹਨਾਂ ਨੂੰ ਜਾਣਾ ਚਾਹੀਦਾ ਹੈ, ਵੇਖਣਾ ਚਾਹੀਦਾ ਹੈ। ਔਰ ਉਮੀਦ ਅਸੀਂ ਕਦੇ ਵੀ ਨਹੀਂ ਛੱਡ ਸਕਦੇ, ਉਮੀਦ ਤਾਂ ਕਰਦੇ ਹੀ ਹਾਂ ਕਿ ਉਹਦਾ ਇਨਸਾਫ ਮਿਲੇਗਾ। ਰਾਜਨੀਤਿਕ ਪਾਰਟੀਆਂ ਨੂੰ ਸਿਆਸੀ ਮੁੱਦੇ ਵਜੋਂ ਉਭਾਰ ਰਹੀਆਂ ਨੇ, ਤੁਹਾਨੂੰ ਕੀ ਲੱਗਦਾ ਉਭਾਰਨਾ ਚਾਹੀਦਾ ਜਦ ਕਿ ਧਰਮ ਦੀ ਗੱਲ ਹੈ? ਨਹੀਂ, ਗੱਲ ਧਰਮ ਦੀ ਹੈ ਤਾਂ ਸਾਰਿਆਂ ਨੂੰ ਸੋਚਣਾ ਹੀ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਸਾਰਿਆਂ ਦੇ ਸਾਂਝੇ ਹਨ, ਤੇ ਇੱਕ ਚੈਲੰਜ ਕਰਕੇ ਇਸ਼ਤਿਹਾਰ ਲਾ ਕੇ, ਤੇ ਜਦੋਂ ਤੁਸੀਂ ਬੇਅਦਬੀ ਕਰੋਗੇ ਗੁਰੂ ਗ੍ਰੰਥ ਸਾਹਿਬ ਦੀ, ਤਾਂ ਉਹ ਬੜਾ ਵੱਡਾ ਮੁੱਦਾ ਸੀ ਔਰ ਇਹ ਕਿਸੇ ਦਾ ਵੀ ਨਹੀਂ ਹੋਣਾ ਚਾਹੀਦਾ। ਤਾਂ ਇਹ ਮੁੱਦਾ ਤਾਂ ਹੈਗਾ ਹੀ ਹੈ। ਉਸ ਵੇਲੇ ਦੇ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਨਾਲੇ ਉਸ ਵੇਲੇ ਤਾਂ ਜਿਹਨੂੰ ਅਸੀਂ ਆਪਣੀ ਸਰਕਾਰ ਕਹਿੰਦੇ ਹਾਂ, ਸਿੱਖਾਂ ਦੀ ਸਰਕਾਰ ਸੀ, ਉਸ ਵੇਲੇ ਤਾਂ ਚਾਹੀਦਾ ਸੀ ਇਹਨਾਂ ਨੂੰ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਇਨਸਾਫ ਹੈ, ਜੋ ਬੇਅਦਬੀ ਉੱਥੇ ਹੋਈ ਸੀ, ਉਹਦਾ ਇਨਸਾਫ ਸਹੀ ਤਰੀਕੇ ਨਾਲ ਦਿੱਤਾ ਜਾਣਾ ਚਾਹੀਦਾ ਸੀ। ਉਹਦਾ ਮਾਸਟਰ ਮਾਈਂਡ ਲੱਭਣ ਦੀ ਬਜਾਏ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਮਾਸਟਰ ਮਾਈਂਡ ਲੱਭਣ ਦੀ ਬਜਾਏ ਰੋਸ ਧਰਨੇ ਵਿੱਚ ਬੈਠੀਆਂ ਸੰਗਤਾਂ ਉੱਤੇ ਲਾਠੀਚਾਰਜ ਕਰ ਦਿੱਤਾ ਗਿਆ, ਜੋ ਕਿ ਬੜਾ ਗਲਤ ਸੀ। ਭਾਈ ਹੋਰ ਵੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਲਗਾਤਾਰ ਜਾਰੀ ਨੇ, ਤੁਹਾਨੂੰ ਕੀ ਲੱਗਦਾ ਕੋਈ ਏਜੰਸੀਆਂ ਦੇ ਕੰਮ ਨੇ ਕਿਸੇ ਦੇ? ਉਹ ਤਾਂ ਹੁਣ ਇਹਨਾਂ ਨੇ ਘੋਖ ਕਰਨੀ ਹੈ ਜੀ ਕਿ ਕੌਣ ਕਰਵਾ ਰਿਹਾ, ਇਹਦੇ ਪਿੱਛੇ ਕੌਣ ਹੋ ਸਕਦਾ। ਉਹ ਤਾਂ ਚਾਹੀਦਾ ਇਹਨਾਂ ਨੂੰ, ਏਜੰਸੀਆਂ ਹੀ ਹੋ ਸਕਦੀਆਂ ਨੇ ਜਾਂ ਕੋਈ ਕੁਛ ਵੀ ਹੋ ਸਕਦਾ। ਮਤਲਬ ਅਸੀਂ ਨਹੀਂ ਕਹਿ ਸਕਦੇ ਵੀ ਕੌਣ ਹੈ, ਪਰ ਇਹ ਤਾਂ ਸਰਕਾਰ ਨੂੰ ਲੱਭਣਾ ਚਾਹੀਦਾ ਸੀ। ਹਾਂਜੀ, ਮੇਰਾ ਮੰਨਣਾ ਇਹ ਹੈ ਜੀ, ਮੈਂ ਉੱਥੇ ਵੀ ਸਿੱਟ ਵਿੱਚ ਬੋਲ ਕੇ ਆਇਆ ਬਈ ਪੱਤਾ ਵੀ ਹਿੱਲਦਾ ਆ ਉਹਦਾ ਸਰਕਾਰ ਨੂੰ ਪਤਾ ਹੁੰਦਾ ਹੈ। ਜਿਹੜਾ ਮੁੱਦਾ ਐਡਾ ਵੱਡਾ ਸੀ
ਔਰ ਸਾਡੇ ਵਰਗੇ ਬੰਦੇ ਜਾਂ ਜਿਹੜੇ ਵੀ ਪ੍ਰਚਾਰਕ ਸੀ ਜਾਂ ਕੁਝ ਮੋਹਤਬਰ ਬੰਦੇ ਉੱਥੇ ਬੈਠੇ ਹੈ ਔਰ ਸਾਰਾ ਪੰਜਾਬ ਬੰਦ ਹੋ ਗਿਆ ਹੈ। ਤੇ ਇਹ ਇਕੱਲੇ ਪ੍ਰਸ਼ਾਸਨ ਦਾ ਆਪਣਾ ਨਿੱਜੀ ਫੈਸਲਾ ਨਹੀਂ ਹੋ ਸਕਦਾ, ਸਰਕਾਰ ਤੋਂ ਉਸ ਵੇਲੇ ਦੇ ਵੱਡੇ ਲੀਡਰਾਂ ਤੋਂ ਪੁੱਛੇ ਬਿਨਾਂ ਲਾਠੀਚਾਰਜ ਨਹੀਂ ਹੋ ਸਕਦਾ। ਜੇ ਲਾਠੀਚਾਰਜ ਹੋਇਆ, ਜੇ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਹੈ, ਜੇ ਉੱਥੇ ਜੋ ਵੀ ਹੋਇਆ ਉਹਦੇ ਵਿੱਚ ਇਹ ਨਹੀਂ ਹੋ ਸਕਦਾ ਕਿ ਉਸ ਵੇਲੇ ਦੇ ਪ੍ਰਮੁੱਖ ਲੀਡਰਾਂ ਨੂੰ ਇਹਦੇ ਬਾਰੇ ਪਤਾ ਨਾ ਹੋਵੇ। ਵੱਡੇ ਅਫਸਰਾਂ ਨੂੰ ਵੀ ਪਤਾ ਸੀ ਤੇ ਮੇਨ ਲੀਡਰਾਂ ਨੂੰ ਵੀ ਪਤਾ ਸੀ, ਕਿਉਂਕਿ ਘਟਨਾ ਵਰਲਡ ਵਾਈਡ ਇਹ ਫੈਲ ਚੁੱਕੀ ਸੀ, ਸਾਰੇ ਸੰਸਾਰ ਪੱਧਰ ਤੇ ਉਹਦਾ ਜ਼ਿਕਰ ਹੋ ਰਿਹਾ ਸੀ। ਕੱਲਾ ਕੱਲਾ ਸਿੱਖ ਉਦੋਂ ਰੌਲਾ ਪਾ ਰਿਹਾ ਸੀ, ਤਾਂ ਸਰਕਾਰ ਨੂੰ ਕਿਵੇਂ ਨਹੀਂ ਪਤਾ ਹੋਏਗਾ ਵੀ ਕੀ ਬਰਗਾੜੀ ਵਿੱਚ ਇੰਨੇ ਬੰਦੇ ਬੈਠੇ ਹੈ, ਕੌਣ ਬੰਦੇ ਬੈਠੇ ਹੈ, ਉਹਨਾਂ ਤੇ ਲਾਠੀ ਚਾਰਜ ਹੋਣ ਲੱਗਿਆ। ਇਹ ਉਹਨਾਂ ਨੂੰ ਸਾਰਾ ਪਤਾ ਹੋਏਗਾ, ਅੱਜ ਚਾਹੇ ਉਹ ਮੁੱਕਰ ਜਾਣ। ਨਹੀਂ, ਸਵਾਲ ਤਾਂ ਇੱਕੋ ਜਿਹੇ ਹੀ ਹੈ ਸਾਰਿਆਂ ਦੇ ਵੀ ਕੀ ਤੁਸੀਂ ਉੱਥੇ ਜੋ ਹੋਇਆ ਤੁਸੀਂ ਸਾਨੂੰ ਬਿਆਨ ਕਰ ਦਿਓ। ਜੋ ਸਾਡੀਆਂ ਸਟੇਟਮੈਂਟਾਂ ਨੇ ਪਹਿਲਾਂ ਵੀ ਉਹੀ ਸੀ ਤੇ ਅੱਜ ਵੀ ਉਹੀ ਨੇ। ਜੋ ਅਸੀਂ ਉਸ ਵੇਲੇ ਹੋਇਆ ਸੀ ਉਹ ਸੱਚ ਆਪਣਾ ਬਿਆਨ ਕਰ ਦਿੱਤਾ, ਪਹਿਲਾਂ ਵੀ ਕਰਦੇ ਰਹੇ ਹਾਂ, ਇਸ ਵਾਰੀ ਵੀ ਕਰਕੇ ਆਏ। ਨਹੀਂ ਇੱਦਾਂ ਨਹੀਂ ਉਹ ਖੁੱਲ੍ਹ ਕੇ ਹੌਲੀ ਸਮਝਣਾ ਚਾਹ ਰਹੇ ਸੀ, ਬਰੀਕੀਆਂ ਕਈ ਗੱਲਾਂ ਦੀਆਂ ਵੀ SGPC ਦਾ ਸਿਸਟਮ ਕੀ ਹੈ, ਜਾਂ ਜਿਹੜੇ ਆਪਾਂ ਕੁਝ ਪ੍ਰਚਾਰਕ ਨੇ ਜਿਹੜੇ ਲੌਜੀਕਲ ਗੱਲ ਕਰਦੇ ਨੇ, ਕੁਝ ਪ੍ਰਚਾਰਕ ਨੇ ਜਿਹੜੇ ਪੁਰਾਣੀਆਂ ਪਰੰਪਰਾਵਾਂ ਨੂੰ ਮੰਨਣ ਵਾਲੇ ਨੇ। ਉੱਥੇ ਧਰਨੇ ਦੇ ਵਿੱਚ ਬੈਠਿਆਂ ਦੇ ਵਿੱਚ ਕੌਣ ਬੰਦੇ ਸੀ ਜਿਹੜੇ ਥੋੜ੍ਹੇ ਜਿਹੇ ਹਟ ਕੇ ਗੱਲ ਕਰਨ ਵਾਲੇ ਨੇ, ਜੋ ਕਿ ਫਿਊਚਰ ਦੇ ਵਿੱਚ ਇੱਕ ਗਰੁੱਪ ਬਣਾ ਕੇ SGPC ਤੇ ਵੱਧ ਸਕਦੇ ਸੀ। ਇਹ ਕਈ ਗੱਲਾਂ ਇਸ ਟਾਈਪ ਦੀਆਂ ਖੁੱਲ੍ਹ ਕੇ ਹੋਈਆਂ। ਨਹੀਂ ਇੱਦਾਂ ਦੀ ਗੱਲ ਉਹਨਾਂ ਨੇ ਨਹੀਂ ਕੀਤੀ, ਬਸ ਇਹੀ ਕਿਹਾ ਸੀ ਕਿ ਕਿਤੇ ਨਾ ਕਿਤੇ ਉਹ ਗੁੱਸਾ ਕਿਉਂ ਸੀ, ਜੋ ਮੈਂ ਵੀ ਮਹਿਸੂਸ ਕਰਦਾ ਕਿ ਜਿਹੜੇ ਸਾਡੇ ਵਰਗੇ ਬੰਦੇ ਆ, ਕੁਛ ਬੰਦੇ ਹੈਗੇ ਆ ਪ੍ਰਚਾਰਕ ਜਿਹੜੇ ਹੈ ਜਿਹੜੀ ਕਿ ਥੋੜ੍ਹੇ ਜਿਹੇ ਲੌਜਿਕ ਨਾਲ ਗੱਲ ਕਰਦੇ ਹੈ, ਯੰਗ ਜਨਰੇਸ਼ਨ ਵੱਲ ਵੇਖ ਕੇ ਵੀ ਜਿਹੜੇ ਉਹਨਾਂ ਨੂੰ ਅਸੀਂ ਧਰਮ ਵਾਲੇ ਪਾਸੇ ਲੈ ਕੇ ਆਈਏ, ਤੇ ਉਹਦੇ ਤੋਂ ਸਾਡੇ ਪਰੰਪਰਾਵਾਦੀ ਲੋਕ ਜਿਹੜੇ ਆ ਸਾਰੇ ਦੁਖੀ ਹੈਗੇ ਹੀ ਹੈ। ਜਿਹੜਾ ਗਰੁੱਪ ਉੱਥੇ ਬੈਠਾ ਸੀ, ਇੱਦਾਂ ਕਹਿ ਲਓ ਇਹਨਾਂ ਦੇ ਹਿਸਾਬ ਨਾਲ ਤਾਂ ਬੋਲ ਭੜਾਕਣੇ ਹਰ ਗੱਲ ਮੂੰਹ ਤੇ ਬੋਲਦੇ ਆ, ਖੁੱਲ੍ਹ ਕੇ ਕਹਿ ਦਿੰਦੇ ਆ, ਲੀਡਰਾਂ ਨੂੰ ਵੀ ਕਹਿ ਦਿੰਦੇ ਆ, ਤੇ ਇਹਨਾਂ ਨੂੰ ਉਹ ਵੀ ਗੁੱਸਾ ਸੀ ਸਾਡੇ। ਉਮੀਦ ਜਿਹੜੀ ਪਹਿਲਾਂ ਮੈਂ ਗੱਲ ਕੀਤੀ ਹੈ ਵੀ ਉਮੀਦ ਤੇ ਦੁਨੀਆ ਕਾਇਮ ਹੈ, ਉਮੀਦ ਨਹੀਂ ਛੱਡਣੀ ਚਾਹੀਦੀ। ਜੇ ਅੱਜ ਅਸੀਂ ਕਹਿ ਦਈਏ ਜੀ ਸਾਨੂੰ ਇਹਨਾਂ ਤੋਂ ਵੀ ਕੋਈ ਉਮੀਦ ਨਹੀਂ, ਉਹਨਾਂ ਨੇ ਕਹਿਣਾ ਜੀ ਹੁਣ ਤੇ ਗਵਾਹ ਹੀ ਨਹੀਂ ਆ ਰਹੇ ਤੇ ਅਸੀਂ ਕੀ ਕਰੀਏ। ਇਸ ਕਰਕੇ ਅਸੀਂ ਉਮੀਦ ਕਰਦੇ ਹਾਂ ਕਿ ਹੁਣ ਇਹਦਾ ਕੋਈ ਚੰਗਾ ਰਿਜ਼ਲਟ ਨਿਕਲੇ। ਨਹੀਂ, ਪੈਰਾਮੀਟਰ ਤਾਂ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਹਟਿਆ ਵੀਰ ਜੀ ਕਿ ਚਾਹੇ ਤੂੰ ਪੱਥਰ ਤੇ ਵੀ ਸ਼ਰਧਾ ਬਣਾ ਕੇ ਬੈਠਾ ਨਾ, ਬਲੀਵ ਹੈ। 1000 ਬੰਦਾ ਆਹ ਟੇਬਲ ਨੂੰ ਮੱਥਾ ਟੇਕਦਾ ਹੈ ਤੇ ਮੈਨੂੰ ਨਹੀਂ ਚਾਹੀਦਾ ਕਿ ਮੈਂ ਇਸ ਟੇਬਲ ਨੂੰ ਲੱਤ ਮਾਰਾਂ, ਮੈਂ ਇਹਦੀ ਬੇਇੱਜ਼ਤੀ ਕਰਾਂ, ਕਿਉਂਕਿ ਉਹ ਸਤਿਕਾਰ ਕਰਦਾ ਹੈ। ਮੈਂ ਇਹ ਕਹਿ ਸਕਦਾ ਵੀ ਟੇਬਲ ਤੇ ਸ਼ਰਧਾ ਬਣਾਉਣੀ ਮਾੜੀ ਗੱਲ ਹੈ, ਫਰੀਡਮ ਆਫ ਸਪੀਚ ਮੇਰਾ ਹੱਕ ਹੈ, ਪਰ ਬਲੀਵ ਹੈ ਜਿਹੜਾ ਉਹ ਅਗਲੇ ਦਾ ਹੱਕ ਹੈ, ਰਾਈਟ ਹੈ। ਉਹ ਇਹਨੂੰ ਰੱਬ ਮੰਨਣਾ ਚਾਹੁੰਦਾ ਟੇਬਲ ਨੂੰ ਤਾਂ ਮੰਨ ਲਵੇ, ਸਾਨੂੰ ਇਹਦੇ 'ਚ ਕੋਈ ਓਬਜੈਕਸ਼ਨ ਨਹੀਂ ਹੋਣਾ ਚਾਹੀਦਾ। ਮੈਂ ਬੋਲ ਸਕਦਾ, ਮੈਂ ਬਾਂਹ ਨਹੀਂ ਫੜ ਸਕਦਾ ਕਿਸੇ ਦੀ। ਸੋ ਉਹ ਜੋ ਹੋਇਆ ਸੀ ਉਹ ਮਾੜਾ ਸੀ, ਕਿਤੇ ਵੀ ਨਾ ਹੋਵੇ। ਤੇ ਇਹ ਹਰ ਇੱਕ ਦੀ ਬਲੀਵ ਦੀ ਰਾਖੀ ਕਰਨਾ ਹਰ ਗੌਰਮੈਂਟ ਦਾ ਫਰਜ਼ ਬਣਦਾ ਹੈ, ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ। ਉਹ ਇਕੱਲਾ ਮੇਰੀ ਗੱਲ ਨਹੀਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਕਰਕੇ ਕਹਿੰਦੇ ਆ, ਚਾਹੇ ਉਹ ਕੋਈ ਕਬਰ ਵੀ ਕਿਉਂ ਨਾ ਹੋਵੇ। ਮੈਂ ਟੇਬਲ ਦੀ ਗੱਲ ਕਰ ਰਿਹਾ ਨਾ ਜੀ, ਚਾਹੇ ਕਬਰ ਵੀ ਕਿਉਂ ਨਾ ਹੋਵੇ, ਇਹ ਹੱਕ ਬਣਦਾ, ਸਾਡਾ ਹੱਕ ਹੈ। ਅਸੀਂ ਕਿਸੇ ਚੀਜ਼ ਨੂੰ ਮੰਨਦੇ ਹਾਂ, ਉਹਦੀ ਬੇਅਦਬੀ ਕੋਈ ਨਾ ਨਹੀਂ। ਜਿਹੜਾ ਮਸਲਾ ਇਹ ਸਿੱਟਦਾ ਹੈਗਾ, ਇਹ ਕੋਟਕਪੂਰਾ ਜਿਹੜਾ ਗੋਲੀकांड ਹੋਇਆ ਉਹਦੇ ਬਾਰੇ ਸੀ। ਨਹੀਂ, ਉਹਨਾਂ ਨੇ ਇਹੀ ਪੁੱਛਿਆ ਸੀ ਵੀ ਤੁਸੀਂ ਇਹ ਮਸਲਾ ਹੀ ਐਡਾ ਵੱਡਾ ਕਿਉਂ ਹੋਇਆ। ਮਸਲੇ ਤਾਂ ਪਹਿਲਾਂ ਵੀ ਸੀ, ਪਰ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਸੀ ਵੀ ਬੇਅਦਬੀਆਂ ਤਾਂ ਬਹੁਤ ਥਾਵਾਂ 'ਤੇ ਹੁੰਦੀਆਂ ਨੇ, ਅੱਜ ਵੀ ਹੋ ਰਹੀਆਂ ਨੇ, ਪਰ ਉਸ ਵੇਲੇ ਬਕਾਇਦਾ ਇਸ਼ਤਿਹਾਰ ਲਾ ਕੇ, ਪੋਸਟਰ ਛਾਪ ਕੇ, ਚੈਲੰਜ ਕਰਕੇ ਉਹ ਸਾਰਾ ਕੁਝ ਕੀਤਾ ਸੀ। ਜਦੋਂ ਇਸ਼ਤਿਹਾਰ ਲਾ ਦਿੱਤੇ ਗਏ ਸੀ ਤਾਂ ਪ੍ਰਸ਼ਾਸਨ ਨੂੰ ਹਰਕਤ ਵਿੱਚ ਆ ਕੇ ਉਸੇ ਵੇਲੇ ਐਕਸ਼ਨ ਲੈਣਾ ਚਾਹੀਦਾ ਸੀ। ਐਕਸ਼ਨ ਨਹੀਂ ਲਿਆ, ਉਹਨਾਂ ਨੇ ਫਿਰ ਪੱਤਰੇ ਜਿਹੜੇ ਸੀ ਜਗ੍ਹਾ ਜਗ੍ਹਾ ਗੁਰੂ ਗ੍ਰੰਥ ਸਾਹਿਬ ਦੇ ਖਿਲਾਰ ਦਿੱਤੇ, ਤੇ ਉਹਦੇ ਉੱਤੇ ਉਹਦੇ ਰੋਸ ਵਜੋਂ ਸਾਰਾ ਧਰਨਾ ਲੱਗਾ ਸੀ। ਹਾਂਜੀ ਹਾਂ, ਉਹ ਤਾਂ ਫਿਰ ਜੇ ਉਹ ਤਾਂ ਸਾਹਮਣੇ ਆਊਗਾ ਹੀ ਜੀ। ਉਹ ਤਾਂ ਜਿੱਦਾਂ ਪਹਿਲਾਂ ਅੱਜ ਤੱਕ ਦੱਸਿਆ ਜਾਂਦਾ ਰਿਹਾ ਹੈ ਕਿ ਸਰਸੇ ਵਾਲਿਆਂ ਦੇ ਜਿਹੜੇ ਪ੍ਰੇਮੀ ਸੀ
ਉਹਨਾਂ ਦਾ ਇਹਦੇ ਵਿੱਚ ਰੋਲ ਹੈਗਾ ਆ, ਉਹ ਤਾਂ ਪਤਾ ਲੱਗ ਜਾਣਾ ਆਉਣ ਵਾਲੇ ਸਮੇਂ। ਮੈਂ ਪਹਿਲਾਂ ਵੀ ਬੋਲ ਚੁੱਕਿਆ ਜੀ ਤੁਹਾਡੇ ਆਉਣ ਤੋਂ ਵੀ ਉਮੀਦ ਤੇ ਦੁਨੀਆ ਕਾਇਮ ਹੈ। ਪਹਿਲਾਂ 3 ਵਾਰ ਅੱਗੇ ਬਿਆਨ ਦੇ ਕੇ ਆਏ ਆ, 3 ਵਾਰ ਸਿੱਟ ਬਣੀ ਹੈ, ਹੁਣ ਚੌਥੀ ਵਾਰ ਬਣੀ, ਤੇ ਇਸ ਕਰਕੇ ਅਸੀਂ ਤਾਂ ਉਮੀਦ ਹੀ ਕਰ ਸਕਦੇ ਹਾਂ। ਹੁਣ ਜੇ ਇਹ ਨਹੀਂ ਕਹਿ ਸਕਦੇ ਵੀ ਸਾਨੂੰ ਉਮੀਦ ਕੋਈ ਨਹੀਂ, ਅਸੀਂ ਇਹਨਾਂ ਸਾਹਮਣੇ ਜਾਣਾ ਨਹੀਂ, ਜੇ ਅਸੀਂ ਇਹ ਕਵਾਂਗੇ ਤਾਂ ਫਿਰ ਤਾਂ ਉਹਨਾਂ ਕੋਲ ਖੁੱਲ੍ਹਾ ਸੌਖਾ ਹੋ ਗਿਆ ਉਹਨਾਂ ਲਈ ਵੀ ਗਵਾਹ ਹੀ ਨਹੀਂ ਆਏ, ਅਸੀਂ ਕੀ ਕਰੀਏ, ਸਿੱਟ ਅੱਗੇ ਤੋਂ ਬਣੇਗੀ ਹੀ ਨਹੀਂ। ਅਸੀਂ ਆਪਣੀ ਜੋ ਸੱਚ ਉੱਥੇ ਹੋਇਆ, ਜੋ ਵੇਖਿਆ, ਉਹ ਜਾ ਕੇ ਇਹਨਾਂ ਦੇ ਸਾਹਮਣੇ ਰੱਖ ਦਿੰਦੇ ਆ। ਸਾਰੀ ਦੁਨੀਆ ਵੀ ਵੇਖ ਰਹੀ ਹੈ ਵੀ ਸਿੱਟ ਵੀ ਬਣੀ ਸੀ, ਗਵਾਹ ਭੁਗਤੇ ਸੀ, ਫਿਰ ਸਿੱਟ ਬਣੀ ਸੀ, ਫਿਰ ਗਵਾਹ ਭੁਗਤੇ ਸੀ, ਫਿਰ ਸਿੱਟ ਬਣੀ ਸੀ, ਫਿਰ ਗਵਾਹ ਭੁਗਤੇ ਸੀ, ਹੁਣ ਫਿਰ ਸਿੱਟ ਬਣੀ, ਹੁਣ ਫਿਰ ਗਵਾਹ ਭੁਗਤ ਰਹੇ। ਉਹ ਸਾਰੇ ਲੋਕ ਵੇਖ ਰਹੇ ਹੈ, ਤੇ ਜੇ ਨਹੀਂ ਕੋਈ ਇਨਸਾਫ ਹੋਏਗਾ ਤਾਂ ਵੀ ਲੋਕ ਵੇਖ ਲੈਣਗੇ। ਫਿਰ ਅਗਲੀ ਕਚਹਿਰੀ ਹੁੰਦੀ ਹੈ ਜਨਤਾ ਦੀ ਕਚਹਿਰੀ। ਡੈਮੋਕ੍ਰੇਸੀ ਵਿੱਚ ਇੱਕ ਜੱਜ ਹੈ, ਇੱਕ ਉਹ ਕਚਹਿਰੀ ਲੱਗਦੀ ਹੈ, ਫਿਰ ਜਨਤਾ ਦੀ ਕਚਹਿਰੀ। ਬਈ ਡੇਰਾਵਾਦ ਜਿਹੜੀ ਪੰਜਾਬ ਦੀ ਰਾਜਨੀਤੀ ਨੂੰ ਦਰਜ ਨਹੀਂ, ਡੇਰਾਵਾਦ ਨਾਲ ਜੋੜਿਆ ਜਾਂਦਾ ਹੈ। 2022 ਦੀਆਂ ਚੋਣਾਂ ਭਵਿੱਖ 'ਚ ਖੜੀਆਂ ਨੇ, ਹਾਂਜੀ, ਕਿੱਦਾਂ ਦੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਵੀ ਕਿੱਦਾਂ ਦਾ ਲੋਕਤੰਤਰ ਕਿੱਦਾਂ ਦਾ ਹੋਣਾ ਚਾਹੀਦਾ? ਹਾਂ, ਲੋਕਤੰਤਰ ਵਾਸਤੇ ਤਾਂ ਗੱਲ ਕਲੀਅਰ ਹੈ ਜੀ ਕਿ ਅਸੀਂ ਖੁਦ ਸਿਆਣੇ ਹੋਈਏ, ਚਾਹੇ ਉਹ ਕੋਈ ਹੋਵੇ। ਅਸੀਂ ਬੋਤਲਾਂ ਦੇ ਉੱਤੇ ਨਾ ਵਿਕੀਏ, ਆਪਣੇ ਆਪ ਨੂੰ ਨਾ ਵੇਚੀਏ। ਜਦੋਂ ਅਸੀਂ ਆਪਣੀ ਵੋਟ ਵੇਚ ਦਿੰਦੇ ਹਾਂ ਤਾਂ ਆਪਣੀ ਜ਼ਮੀਰ ਵੇਚ ਦਿੰਦੇ ਹਾਂ। ਸਾਨੂੰ ਸੋਚਣਾ ਚਾਹੀਦਾ, ਸਮਝਦਾਰ, ਇਮਾਨਦਾਰ, ਮਿਹਨਤੀ ਲੀਡਰ ਜਿਹੜੇ ਹੈ ਉਹ ਅੱਗੇ ਲੈ ਕੇ ਆਉਣੇ ਚਾਹੀਦੇ ਆ, ਜਿਹੜੇ ਸਾਡਾ ਲੋਕਾਂ ਦਾ ਭਲਾ ਕਰ ਸਕਣ, ਕੁਝ ਕਰ ਸਕਣ। ਹਾਂਜੀ, ਜਿਹੜਾ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਕਣ, ਲੋਕਾਂ ਨੂੰ ਭਿਖਾਰੀ ਬਣਾਉਣ ਦੀ ਬਜਾਏ ਰੁਜ਼ਗਾਰ ਦਿੱਤਾ ਜਾਵੇ। ਅਗਲਾ ਇੱਜ਼ਤ ਨਾਲ, ਅਣਖ ਨਾਲ, ਭਿਖਾਰੀ ਬਣ ਕੇ ਨਹੀਂ, ਇੱਜ਼ਤਦਾਰ ਬਣ ਕੇ, ਸਿਰ ਉੱਚਾ ਕਰਕੇ ਆਪਣੀ ਜ਼ਿੰਦਗੀ ਜੀਵੇ। ਬੱਚਿਆਂ ਨੂੰ ਰੁਜ਼ਗਾਰ ਜਿਹੜੀ ਵੀ ਪਾਰਟੀ ਦਿੰਦੀ ਹੈ ਜਾਂ ਜਿਹੜੇ ਵੀ ਬੰਦੇ ਅੱਗੇ ਲੱਗਦੇ ਆ ਉਹਨਾਂ ਨੂੰ ਅੱਗੇ ਲਾਉਣਾ ਚਾਹੀਦਾ ਸਾਨੂੰ। ਬਾਕੀ ਇਹ ਲੋਕਾਂ ਨੇ ਸੋਚਣਾ ਕਿ ਉਹ ਆਪ ਸਿਆਣੇ ਬਣਨ ਔਰ ਸਿਆਣੇ ਲੀਡਰ ਚੁਣ। ਅਸੀਂ ਉੱਦਾਂ ਦੀ ਸਰਕਾਰ ਹੀ ਸਾਨੂੰ ਮਿਲਦੀ ਹੈ ਜਿੱਦਾਂ ਦਾ ਅਸੀਂ ਡਿਜ਼ਰਵ ਕਰਦੇ ਹਾਂ। ਹਰ ਕੌਮ ਨੂੰ, ਹਰ ਦੇਸ਼ ਨੂੰ ਉੱਦਾਂ ਦੀ ਸਰਕਾਰ ਹੀ ਮਿਲਦੀ ਹੈ ਜਿੱਦਾਂ ਦੀ ਲੋਕ ਡਿਜ਼ਰਵ ਕਰਦੇ ਹੈ। ਜੇ ਅਸੀਂ ਕਹਿੰਦੇ ਹਾਂ ਸਾਡੀਆਂ ਸਰਕਾਰਾਂ ਮਾੜੀਆਂ ਰਹੀਆਂ ਨੇ, ਇਹਦਾ ਮਤਲਬ ਜਿਨ੍ਹਾਂ ਨੇ ਚੁਣੇ ਨੇ ਉਹ ਮਾੜੇ ਹਨ। ਤੇ ਜੇ ਉਹ ਚਾਹੁੰਦੇ ਹੈ ਕਿ ਸਰਕਾਰਾਂ ਚੰਗੀਆਂ ਹੋਣ, ਸਿਸਟਮ ਚੰਗਾ ਹੋਵੇ, ਤੇ ਆਪ ਚੰਗੇ ਬਣਨਾ ਪੈਣਾ। ਬੋਤਲਾਂ ਤੇ ਵਿਕਣਾ ਛੱਡ ਦਈਏ, ਅਸੀਂ ਖੁਦ ਸੋਚੀਏ, ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚੀਏ ਤੇ ਪੰਜਾਬ ਬਾਰੇ ਸੋਚੀਏ। ਹਾਂਜੀ, ਇਹ ਦੇਖੋ, ਜੇ ਮੇਰੇ ਜਾਣ ਕਰਕੇ ਸਾਡਾ ਟਕਸਾਲੀ ਗਰੁੱਪ ਰੌਲਾ ਪਾਉਂਦਾ ਹੈ, ਪੱਗਾਂ ਲਾਉਂਦਾ ਹੈ, ਤੇ 1000 ਬੰਦਾ ਪੁਲਿਸ ਦਾ ਲੱਗਦਾ ਹੈ, ਉਹ ਮੈਨੂੰ ਨਹੀਂ ਲੱਗਦਾ ਕਿ ਮੈਂ ਇਹੋ ਜਿਹੇ ਮਾਹੌਲ ਵਿੱਚ ਪ੍ਰੋਗਰਾਮ ਕਰ ਸਕਦਾ। ਬਹੁਤ ਮੈਨੂੰ ਤਾਂ ਬਹੁਤ ਕਹਿੰਦੇ ਨੇ ਕਿ ਤੁਸੀਂ ਪ੍ਰੋਗਰਾਮ ਕਰੋ, ਪਰ ਮੈਂ ਆਪਣਾ ਪ੍ਰੋਗਰਾਮ ਇੱਥੇ ਕਰਦਾ। ਮੈਂ ਨਹੀਂ ਚਾਹੁੰਦਾ ਕਿ ਕਿਸੇ ਸਿੱਖ ਦਾ ਕਤਲ ਹੋਵੇ, ਕੋਈ ਰੌਲਾ ਪਵੇ, ਕੋਈ ਲੜਾਈ ਪਵੇ। ਉਹਦੇ ਨਾਲੋਂ ਚੰਗਾ ਤੁਸੀਂ ਆਪਣੇ ਘਰ ਬੈਠ ਜਾਓ। ਮੈਂ ਆਪਣੇ ਘਰ ਬੈਠਾ ਇੱਥੇ ਆਪਣਾ ਪ੍ਰੋਗਰਾਮ ਕਰ ਲੈਂਦਾ, ਪਰ ਜੇ ਮੈਂ ਜਾਊਂਗਾ ਤਾਂ ਕੋਈ ਰੌਲਾ ਪਊਗਾ, ਰੌਲਾ ਪਏਗਾ ਤਾਂ ਸਿੱਖ ਲੜਦੇ ਚੰਗੇ ਨਹੀਂ। ਹੁਣ ਇੱਥੇ ਤੁਸੀਂ ਸਾਰੇ ਬੰਦੇ ਆਏ ਹੋਏ ਬੈਠੇ ਹੋ ਮੇਰੇ ਕੋਲ, ਤੁਹਾਡੇ ਵਿੱਚੋਂ ਕੱਲ੍ਹ ਨੂੰ ਕੋਈ ਬਲਾਤਕਾਰ ਦੇ ਵਿੱਚ ਫਸ ਜਾਂਦਾ, ਉਹਦੇ ਵਿੱਚ ਮੈਂ ਦੋਸ਼ੀ ਨਹੀਂ ਨਾ ਹੋ ਜਾਂਦਾ। ਕੋਈ ਵੀ ਵੀਰ ਮੇਰੇ ਨਾਲ ਸਿਕਿਉਰਿਟੀ ਕਰਨ ਆ ਸਕਦਾ ਹੈ, ਸੇਵਾ ਕਰਨ ਵਾਸਤੇ ਆ ਸਕਦਾ ਹੈ। ਉਸ ਤੋਂ ਬਾਅਦ ਉਸ ਬੰਦੇ ਦਾ ਅੱਗੇ ਭਤੀਜਾ ਡੱਗ ਵਿੱਚ ਫਸ ਜਾਂਦਾ ਤਾਂ ਇਹਦਾ ਮਤਲਬ ਉਹ ਦੋਸ਼ੀ ਨਹੀਂ ਜਾਂ ਫਿਰ ਮੈਂ ਦੋਸ਼ੀ ਨਹੀਂ ਹੋ ਜਾਂਦਾ। ਬਾਕੀ ਅੰਡਰ ਟਰਾਇਲ ਹੈ, ਜੇ ਉਹ ਬੰਦੇ ਨੇ ਗਲਤੀ ਕੀਤੀ ਹੋਏਗੀ ਉਹਦੀ ਉਹਨੂੰ ਸਜ਼ਾ ਮਿਲ ਜਾਏਗੀ, ਤੇ ਜੇ ਠੀਕ ਹੋਏਗਾ ਤਾਂ ਬਚ ਕੇ ਨਿਕਲ ਆਏਗਾ। ਇਹਦੇ ਵਿੱਚ ਆਪਾਂ ਦੋਸ਼ੀ ਨਹੀਂ ਹੁੰਦੇ। ਹਜ਼ਾਰਾਂ ਲੋਕ ਫੋਟੋਆਂ ਖਿਚਾਉਂਦੇ ਹੈ, ਆਪਾਂ ਇਕੱਲੇ ਦੀ ਇੱਦਾਂ ਤਬਾਹ ਕਰਦੇ ਹਾਂ ਵੀ ਤੂੰ ਕਿੱਥੋਂ ਆਇਆ ਹੈ ਜਾਂ ਕੱਲ੍ਹ ਨੂੰ ਤੂੰ ਕੀ ਕਰੇਗਾ, ਆਪਾਂ ਗਰੰਟੀ ਨਹੀਂ ਲੈ ਸਕਦੇ। ਮੈਂ ਆਪਣੇ ਸਕੇ ਭਰਾ ਭਤੀਜੇ ਦੀ ਵੀ ਗਰੰਟੀ ਨਹੀਂ ਲੈ ਸਕਦਾ, ਮੈਂ ਬਾਹਰਲਿਆਂ ਦੀ, ਮੈਂ ਆਪਣੀ ਗੱਲ ਕਰ ਸਕਦਾ, ਆਪਣੇ ਭਰਾ ਦੀ ਵੀ ਗੱਲ ਨਹੀਂ ਕਰ ਸਕਦਾ। ਪਰ ਕਤਲ, ਮੇਰੀ ਸੁਣਿਓ ਗੱਲ, ਵਿਚਾਰਾਂ ਦੇ ਮਤਭੇਦ ਲੱਖ ਹੋ ਸਕਦੇ ਨੇ, ਪਰ ਬੰਦਾ ਮਾਰਨਾ ਤਾਂ ਕਦੇ ਵੀ ਸਹੀ ਨਹੀਂ। ਕਿਸੇ ਦਾ ਬੰਦਾ ਮਾਰਨਾ ਤਾਂ ਸਹੀ ਨਹੀਂ। ਛਬੀਲ ਲਾ ਕੇ ਸ਼ਰੇਆਮ ਬੰਦਾ ਮਾਰਨਾ ਤਾਂ ਗਲਤ ਰਹੂਗਾ ਨਾ ਜੀ। ਤੇ ਆਪਾਂ ਇਦਾਂ ਦਾ ਕੋਈ ਕੰਮ ਕੀਤਾ ਅੱਜ ਤੱਕ ਨਹੀਂ ਕੀਤਾ। ਸਿੱਖ ਲੜਨਾ ਪੈਣਾ, ਆਪਾਂ ਸਟੇਜਾਂ ਵੀ ਛੱਡਤੀਆਂ, ਦੀਵਾਨ ਵੀ ਬੰਦ ਕਰਤੇ। ਮੈਂ ਆਪਣੇ ਘਰ ਬਹਿ ਗਿਆ, ਸਭ ਕੁਝ ਛੱਡ ਕੇ ਘਰ ਬੈਠ ਗਿਆ। ਪਰ ਇਸ ਕਰਕੇ ਇਹਨੂੰ ਅਸੀਂ ਬਰਾਬਰ ਦੀ ਲੜਾਈ ਨਹੀਂ ਕਰ ਸਕਦੇ। ਇੱਕ ਹਮਲਾਵਰ ਧਿਰ ਹੈ, ਹਮਲਾ ਕਰਦੀ ਹੈ ਬਾਰ-ਬਾਰ, ਇੱਕ ਪੀੜਤ ਧਿਰ ਹੈ ਜਿਹਦੇ ਨਾਲ ਧੱਕਾ ਕੀਤਾ ਜਾਂਦਾ। ਇੱਕ ਤਾਂ ਅਸੀਂ ਇਹਨੂੰ ਬਰਾਬਰ ਨਹੀਂ ਕਰ ਸਕਦੇ। ਦੂਸਰੀ ਗੱਲ ਇਹ ਹੈ, ਸਮਝੌਤਾ ਹੀ ਸਮਝੌਤਾ। ਮੈਂ ਦੇਖੋ ਸਾਰੇ ਚੈਨਲਾਂ ਤੇ ਬੋਲ ਰਿਹਾ, ਉਸ ਵੇਲੇ ਦੀ ਸਾਰੀ ਸਰਕਾਰ ਮੇਰੇ ਕੋਲ ਆਈ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਭਾਈ ਸਾਹਿਬ
ਚਲੋ ਟਕਸਾਲ ਨਾਲ ਸਮਝੌਤਾ ਕਰ ਲਓ। ਮੇਰੀ ਸਟੇਟਮੈਂਟ ਉਦੋਂ ਵੀ ਇਹ ਸੀ ਤੇ ਅੱਜ ਵੀ ਇਹ ਹੈ। ਉਹਨਾਂ ਨੂੰ ਸਪਸ਼ਟ ਰੂਪ ਵਿੱਚ ਕਹਿਣਾ ਚਾਹੀਦਾ ਕਿ ਸਾਡੇ ਤੋਂ ਬੰਦਾ ਮਾਰਨ ਵਾਲੀ ਗਲਤੀ ਹੋਈ ਸੀ, ਉਹ ਗਲਤੀ ਮੰਨ ਲੈਣਗੇ ਤੇ ਸਮਝੌਤੇ ਸਮਝੋ। ਹੁਣ ਜੇ ਆਪਾਂ ਕਹੀਏ ਵੀ ਅਗਲੇ ਨੇ ਗਲਤੀ ਵੀ ਨਹੀਂ ਮੰਨਣੀ, ਬੰਦਾ ਵੀ ਮਾਰੂਗਾ ਤੇ ਰਣਜੀਤ ਸਿੰਘ ਜਾ ਕੇ ਸਮਝੌਤਾ ਕਰ ਲਵੇ, ਫਿਰ ਇੰਨਾ ਤੱਕ ਇੰਨਾ ਨੀਵਾਂ ਨਹੀਂ ਹੋਇਆ ਜਾ ਸਕਦਾ। ਹਾਂ, ਉਹ ਕਹਿਣ ਵੀ ਸਾਥੋਂ ਗਲਤੀ ਹੋ ਗਈ, ਆਪਾਂ ਕਹਾਂਗੇ ਆਪਾਂ ਭਰਾ ਠੀਕ ਹੈ, ਤੁਸੀਂ ਗਲਤੀ